ਪਿਆਰੇ ਵਿਦਿਆਰਥੀਓ, ਭਾਰਤੀ ਸੰਵਿਧਾਨ ਦੇ ਭਾਗ ਚੌਥੇ ਵਿੱਚ ਸਰਕਾਰ ਲਈ ਕੁਝ ਨਿਰਦੇਸ਼ ਦਿੱਤੇ ਗਏ ਹਨ। ਇਸ ਲਈ ਇਸ ਭਾਗ ਨੂੰ ਨਿਰਦੇਸ਼ਕ ਸਿਧਾਂਤਾਂ ਦਾ ਭਾਗ ਕਿਹਾ ਜਾਂਦਾ ਹੈ, ਡਾਇਰੈਕਟਿਵ ਪ੍ਰਿੰਸੀਪਲ ਦਾ ਭਾਗ ਕਿਹਾ ਜਾਂਦਾ ਹੈ। ਇਹ ਨਿਰਦੇਸ਼ਕ ਸਿਧਾਂਤ ਸਰਕਾਰ ਨੂੰ ਦੱਸਦੇ ਹਨ, ਸਰਕਾਰ ਨੂੰ ਡਾਇਰੈਕਸ਼ਨ ਦਿੰਦੇ ਹਨ ਕਿ ਸਰਕਾਰ ਆਪਣੀ ਸ਼ਕਤੀ ਦੁਆਰਾ ਕੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੇਗੀ, ਸਰਕਾਰ ਦੀ ਸ਼ਕਤੀ ਦੀ ਵਰਤੋਂ ਕਿਹਨਾਂ ਉਦੇਸ਼ਾਂ ਲਈ ਕੀਤੀ ਜਾਵੇਗੀ ਅਤੇ ਸਰਕਾਰ ਜੋ ਕਾਨੂੰਨਾਂ ਦਾ ਨਿਰਮਾਣ ਕਰਦੀ ਹੈ ਉਹਨਾਂ ਕਾਨੂੰਨਾਂ ਦਾ ਉਦੇਸ਼ ਕੀ ਹੋਵੇਗਾ। ਸੰਵਿਧਾਨ ਵਿੱਚ ਦਰਜ ਇਸ ਚੌਥੇ ਭਾਗ ਦੀ ਜਿੱਥੇ ਕੁਝ ਕਾਨੂੰਨੀ ਮਾਹਿਰਾਂ ਦੁਆਰਾ ਆਲੋਚਨਾ ਕੀਤੀ ਜਾਂਦੀ ਹੈ, ਉੱਥੇ ਹੀ ਇਸ ਭਾਗ ਦੀ ਮਹੱਤਤਾ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇਸ ਕੁਐਸਚਨ ਦੇ ਵਿੱਚ ਅਸੀਂ ਅਧਿਐਨ ਕਰਾਂਗੇ ਕਿ ਭਾਰਤੀ ਸੰਵਿਧਾਨ ਦੇ ਭਾਗ ਚੌਥੇ ਵਿੱਚ ਜੋ ਨਿਰਦੇਸ਼ਕ ਸਿਧਾਂਤ ਸ਼ਾਮਲ ਹਨ ਉਹਨਾਂ ਦੀ ਕੀ ਮਹੱਤਤਾ ਹੈ ਭਾਰਤੀ ਸੰਵਿਧਾਨਕ ਪ੍ਰਣਾਲੀ ਵਿੱਚ। ਨਿਰਦੇਸ਼ਕ ਸਿਧਾਂਤਾਂ ਨੂੰ ਸਰਕਾਰ ਦੇ ਲਈ ਮਾਰਗਦਰਸ਼ਕ ਮੰਨਿਆ ਜਾਂਦਾ ਹੈ। ਨਿਰਦੇਸ਼ਕ ਸਿਧਾਂਤ ਸਰਕਾਰ ਨੂੰ ਦਾ ਮਾਰਗਦਰਸ਼ਨ ਕਰਦੇ ਹਨ ਕਿ ਸਰਕਾਰ ਦੀਆਂ ਨੀਤੀਆਂ ਲਈ ਦੀ ਸੇਧ ਕੀ ਹੋਣੀ ਚਾਹੀਦੀ ਹੈ, ਸਰਕਾਰ ਨੂੰ ਕੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਿਉਂਕਿ ਸਰਕਾਰ ਕੋਈ ਵਪਾਰਕ ਸੰਗਠਨ ਨਹੀਂ ਹੈ, ਸਰਕਾਰ ਕੋਈ ਕੰਪਨੀ ਨਹੀਂ ਹੈ ਜਿਸ ਦਾ ਉਦੇਸ਼ ਵੱਧ ਤੋਂ ਵੱਧ ਪ੍ਰੋਡਕਸ਼ਨ ਕਰਨਾ ਹੋਵੇ ਜਾਂ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਹੋਵੇ। ਸਰਕਾਰ ਦਾ ਉਦੇਸ਼ ਚੰਗਾ ਪ੍ਰਸ਼ਾਸਨ ਦੇਣਾ ਵੀ ਨਹੀਂ ਹੈ, ਫਾਈਨਲ ਉਦੇਸ਼ ਨਹੀਂ ਹੈ। ਸਰਕਾਰ ਦਾ ਉਦੇਸ਼ ਤਾਂ ਪੂਰਾ ਹੁੰਦਾ ਹੈ ਜੇਕਰ ਸਰਕਾਰ ਸੰਵਿਧਾਨ ਨੇ ਜੋ ਉਸ ਨੂੰ ਉਦੇਸ਼ ਦਿੱਤੇ ਹਨ, ਜੋ ਉਸਦੇ ਲਈ ਗੋਲ ਸੈੱਟ ਕੀਤੇ ਹਨ, ਜੇ ਸਰਕਾਰ ਉਹਨਾਂ ਨੂੰ ਪ੍ਰਾਪਤ ਕਰਨ ਵੱਲ ਵਧਦੀ ਹੈ ਤਾਂ ਸਰਕਾਰ ਦਾ ਉਦੇਸ਼ ਪੂਰਾ ਹੁੰਦਾ ਹੈ। ਤੇ ਦੂਸਰਾ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਵੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਪਰਖਣ ਦੀ ਕਸੌਟੀ ਹੈ ਕਿ ਉਹ ਨਿਰਦੇਸ਼ਕ ਸਿਧਾਂਤਾਂ ਨੂੰ ਕਿਸ ਹੱਦ ਤੱਕ ਲਾਗੂ ਕਰਦੀ ਹੈ। ਜੇਕਰ ਕਿਸੇ ਸਰਕਾਰ ਨੇ ਨਿਰਦੇਸ਼ਕ ਸਿਧਾਂਤਾਂ ਨੂੰ ਲਾਗੂ ਕੀਤੇ ਬਿਨਾਂ ਪ੍ਰੋਡਕਸ਼ਨ ਦੇ ਵਿੱਚ ਵਾਧਾ ਕੀਤਾ ਹੋਵੇ, GDP ਦੀ ਗਰੋਥ ਚੰਗੀ ਹੋਈ ਹੋਵੇ, ਤਾਂ ਇਕੱਲਾ GDP ਦੀ ਗਰੋਥ ਨਾਲ ਕਿਸੇ ਸਰਕਾਰ ਨੂੰ ਚੰਗੀ ਸਰਕਾਰ ਨਹੀਂ ਮੰਨਿਆ ਜਾ ਸਕਦਾ। ਜੇਕਰ ਸਰਕਾਰ ਨੇ ਨਿਰਦੇਸ਼ਕ ਸਿਧਾਂਤਾਂ ਦਾ ਪਾਲਣ ਕਰਦੇ ਹੋਏ ਜੋ ਨਿਰਦੇਸ਼ ਦਿੱਤੇ ਹਨ ਸੰਵਿਧਾਨ ਨੇ, ਉਹਨਾਂ ਤੇ ਚੱਲਦੇ ਹੋਏ ਪ੍ਰੋਡਕਸ਼ਨ ਦੇ ਵਿੱਚ ਵਾਧਾ ਕੀਤਾ ਹੋਵੇ, ਉਹ ਬੇਸ਼ੱਕ ਥੋੜਾ ਵੀ ਹੋਵੇ, ਤਾਂ ਉਸ ਨੂੰ ਜ਼ਿਆਦਾ ਚੰਗਾ ਸੰਵਿਧਾਨ ਦੇ ਅਨੁਸਾਰ ਮੰਨਿਆ ਜਾਂਦਾ ਹੈ। ਕਿਉਂਕਿ ਨਿਰਦੇਸ਼ਕ ਸਿਧਾਂਤ ਸਰਕਾਰ ਦੇ ਲਈ ਜੋ ਗੋਲ ਸੈੱਟ ਕਰਦੇ ਹਨ, ਉਹਨਾਂ ਗੋਲਸ ਦੀ ਪ੍ਰਾਪਤੀ ਸਰਕਾਰ ਦੀ ਪ੍ਰਾਪਤੀ ਦੀ ਕਸੌਟੀ ਹੈ। ਸਰਕਾਰ ਦੀ ਪ੍ਰਾਪਤੀ ਨੂੰ ਤਾਂ ਹੀ ਸਕਾਰਾਤਮਕ ਪ੍ਰਾਪਤੀ ਮੰਨਿਆ ਜਾ ਸਕਦਾ ਹੈ ਜੇ ਸਰਕਾਰ ਨੇ ਭਾਗ ਚੌਥੇ ਵਿੱਚ ਸ਼ਾਮਲ ਨਿਰਦੇਸ਼ਕ ਸਿਧਾਂਤਾਂ ਦੀ ਪ੍ਰਾਪਤੀ ਵੱਲ ਕੁਝ ਸਟੈਪ ਚੁੱਕੇ ਹੋਣ। ਨਿਰਦੇਸ਼ਕ ਸਿਧਾਂਤ ਇੱਕ ਵੈਲਫੇਅਰ ਸਟੇਟ ਦੀ ਸਥਾਪਨਾ ਕਰਦੇ ਹਨ, ਕਿਉਂਕਿ ਨਿਰਦੇਸ਼ਕ ਸਿਧਾਂਤਾਂ ਦਾ ਉਦੇਸ਼ ਹੀ ਸਟੇਟ ਨੂੰ ਇੱਕ ਵੈਲਫੇਅਰ ਸਟੇਟ ਬਣਾਉਣਾ ਹੈ। ਜੇਕਰ ਨਿਰਦੇਸ਼ਕ ਸਿਧਾਂਤਾਂ ਨੂੰ ਸਰਕਾਰ ਆਪਣੀ ਆਰਥਿਕ ਸਮਰੱਥਾ ਅਨੁਸਾਰ ਵੀ ਲਾਗੂ ਕਰਨ ਦੀ ਕੋਸ਼ਿਸ਼ ਕਰੇ ਤਾਂ ਭਾਰਤ ਬਿਨਾਂ ਕਿਸੇ ਸ਼ੱਕ ਦੇ ਇੱਕ ਵਧੀਆ ਕਲਿਆਣਕਾਰੀ ਰਾਜ, ਇੱਕ ਵਧੀਆ ਵੈਲਫੇਅਰ ਸਟੇਟ ਬਣ ਸਕਦਾ ਹੈ। ਤੇ ਐਸੀ ਵੈਲਫੇਅਰ ਸਟੇਟ ਬਣ ਸਕਦਾ ਹੈ ਜਿਸ ਦਾ ਉਦੇਸ਼ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਹੋਵੇ ਅਤੇ ਇੱਕ ਜੋ ਭਲਾਈ ਦਾ ਜੋ ਕਾਰਜ ਹੈ ਉਹ ਜੋ ਵੀਕੈਸਟ ਸੈਕਸ਼ਨ ਆਫ ਦੀ ਸੋਸਾਇਟੀ ਹੈ ਉਸ ਤੋਂ ਸ਼ੁਰੂ ਹੋਵੇ। ਨਿਰਦੇਸ਼ਕ ਸਿਧਾਂਤ ਸਮਾਜਿਕ ਅਤੇ ਆਰਥਿਕ ਲੋਕਤੰਤਰ ਦੀ ਸਥਾਪਨਾ ਕਰਦੇ ਹਨ। ਡਾਕਟਰ BR ਅੰਬੇਦਕਰ ਜਿਹੜੇ ਭਾਰਤੀ ਸੰਵਿਧਾਨ ਸਭਾ ਦੁਆਰਾ ਬਣਾਈ ਗਈ ਇੱਕ ਬਹੁਤ ਹੀ ਮਹੱਤਵਪੂਰਨ ਕਮੇਟੀ, ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸੀ। ਉਹਨਾਂ ਨੇ ਕਿਹਾ ਸੀ ਕਿ ਨਿਰਦੇਸ਼ਕ ਸਿਧਾਂਤ ਵਿਸ਼ੇਸ਼ ਕਰਕੇ ਦੇਸ਼ ਵਿੱਚ ਸੰਵਿਧਾਨਕ, ਸਮਾਜਿਕ ਅਤੇ ਆਰਥਿਕ ਲੋਕਤੰਤਰ ਕਾਇਮ ਕਰਨ ਦੇ ਉਦੇਸ਼ ਨਾਲ ਘੜੇ ਗਏ ਹਨ। ਨਿਰਦੇਸ਼ਕ ਸਿਧਾਂਤ ਆਰਥਿਕ ਅਸਮਾਨਤਾਵਾਂ ਦੇ ਪੱਧਰ ਨੂੰ ਘੱਟ ਰੱਖਣ ਦਾ ਨਿਰਦੇਸ਼ ਦਿੰਦੇ ਹਨ, ਸਮਾਜਿਕ ਸੁਰੱਖਿਆ ਮੁਹੱਈਆ ਕਰਵਾਉਣ ਦਾ ਉਦੇਸ਼ ਦਿੰਦੇ ਹਨ, ਕਾਰਖਾਨਿਆਂ ਦੇ ਪ੍ਰਬੰਧ ਦੇ ਵਿੱਚ ਮਜ਼ਦੂਰਾਂ ਦੀ ਸਹਿਭਾਗਤਾ ਬਣਾਉਣ ਦਾ ਨਿਰਦੇਸ਼ ਦਿੰਦੇ ਹਨ, ਸਮਾਜ ਦੇ ਕਮਜ਼ੋਰ ਵਰਗਾਂ ਦੇ ਹਿੱਤਾਂ ਦੀ ਸੁਰੱਖਿਆ ਕਰਨ ਦਾ ਨਿਰਦੇਸ਼ ਦਿੰਦੇ ਹਨ। ਇਸ ਤਰ੍ਹਾਂ ਜੇਕਰ ਜਿਹੜੇ ਨਿਰਦੇਸ਼ਕ ਸਿਧਾਂਤ ਹਨ ਇਹਨਾਂ ਦਾ ਉਦੇਸ਼ ਭਾਰਤ ਦੇ ਵਿੱਚ ਸਮਾਜਿਕ ਅਤੇ ਆਰਥਿਕ ਲੋਕਤੰਤਰ ਦੀ ਸਥਾਪਨਾ ਕਰਨਾ ਹੈ ਅਤੇ ਸਮਾਜਿਕ ਅਤੇ ਆਰਥਿਕ ਲੋਕਤੰਤਰ ਦੀ ਅਣਹੋਂਦ ਦੇ ਵਿੱਚ ਰਾਜਨੀਤਿਕ ਲੋਕਤੰਤਰ ਹੈ ਜਿਹੜਾ ਉਸ ਨੂੰ ਸਹੀ ਅਰਥਾਂ ਦੇ ਵਿੱਚ ਲੋਕਤੰਤਰ ਨਹੀਂ ਮੰਨਿਆ ਜਾ ਸਕਦਾ। ਨਿਰਦੇਸ਼ਕ ਸਿਧਾਂਤਾਂ ਦੀ ਇੱਕ ਮਹੱਤਤਾ ਇਹ ਹੈ ਕਿ ਨਿਰਦੇਸ਼ਕ ਸਿਧਾਂਤ ਮੌਲਿਕ ਅਧਿਕਾਰਾਂ ਦੇ ਪੂਰਕ ਹਨ। ਨਿਰਦੇਸ਼ਕ ਸਿਧਾਂਤ ਕਈ ਵਾਰੀ ਸਾਨੂੰ ਵੇਖਣ ਨੂੰ ਮੌਲਿਕ ਅਧਿਕਾਰਾਂ ਦੇ ਵਿਰੋਧੀ ਲੱਗਦੇ ਹਨ। ਕਈ ਵਾਰੀ ਅਦਾਲਤੀ ਕੇਸ ਵੀ, ਸੰਵਿਧਾਨਕ ਕੇਸ ਵੀ ਇਸ ਸੰਬੰਧੀ ਖੜੇ ਹੋਏ ਹਨ, ਪਰੰਤੂ ਇਹ ਜਿਹੜਾ ਵਿਰੋਧਾਭਾਸ ਹੈ ਨਿਰਦੇਸ਼ਕ ਸਿਧਾਂਤਾਂ ਦਾ ਅਤੇ ਮੌਲਿਕ ਅਧਿਕਾਰਾਂ ਦਾ, ਇਹ ਸਿਰਫ ਉਦੋਂ ਵਿਖਾਈ ਦਿੰਦਾ ਹੈ, ਉਦੋਂ ਮਹਿਸੂਸ ਹੁੰਦਾ ਹੈ ਜਦੋਂ ਅਸੀਂ ਨਿਰਦੇਸ਼ਕ ਸਿਧਾਂਤਾਂ ਅਤੇ ਮੌਲਿਕ ਅਧਿਕਾਰਾਂ ਪ੍ਰਤੀ ਤੰਗ ਦ੍ਰਿਸ਼ਟੀਕੋਣ ਅਪਣਾਉਂਦੇ ਹਾਂ। ਜੇਕਰ ਦੋਹਾਂ ਦੇ ਉਦੇਸ਼ਾਂ ਦਾ ਅਸੀਂ ਗਹਿਰਾਈ ਨਾਲ ਅਧਿਐਨ ਕਰੀਏ ਤਾਂ ਅਸੀਂ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਨਿਰਦੇਸ਼ਕ ਸਿਧਾਂਤ ਮੌਲਿਕ ਅਧਿਕਾਰਾਂ ਦੇ ਨਾਲ ਕਿਸੇ ਕੰਟਰਾਡਿਕਸ਼ਨ ਤੇ ਨਹੀਂ ਹਨ, ਬਲਕਿ ਮੌਲਿਕ ਅਧਿਕਾਰਾਂ ਦੇ ਸਮਰਥਕ ਹਨ, ਮੌਲਿਕ ਅਧਿਕਾਰਾਂ ਦੇ ਪੂਰਕ ਹਨ।
ਕਿਉਂਕਿ ਸੰਵਿਧਾਨ ਦੇ ਨਿਰਮਾਤਾਵਾਂ ਦਾ ਵਿਚਾਰ ਸੀ ਕਿ ਜਿਹੜੇ ਅਧਿਕਾਰ ਨਾਗਰਿਕਾਂ ਨੂੰ ਤੁਰੰਤ ਪ੍ਰਦਾਨ ਕੀਤੇ ਜਾ ਸਕਦੇ ਹਨ ਉਹਨਾਂ ਨੂੰ ਮੌਲਿਕ ਅਧਿਕਾਰਾਂ ਦੇ ਰੂਪ ਦੇ ਵਿੱਚ ਭਾਰਤੀ ਸੰਵਿਧਾਨ ਦੇ ਭਾਗ ਤੀਸਰੇ ਵਿੱਚ ਸ਼ਾਮਲ ਕੀਤਾ ਜਾਵੇ। ਜਿਹੜੇ ਅਧਿਕਾਰ ਦੇਣੇ ਬਣਦੇ ਹਨ, ਦੇਣੇ ਚਾਹੀਦੇ ਹਨ, ਪਰੰਤੂ ਤੁਰੰਤ ਲਾਗੂ ਨਹੀਂ ਕੀਤੇ ਜਾ ਸਕਦੇ। ਸਰਕਾਰ ਦੇ ਵਿੱਚ ਇੰਨੀ ਕੈਪੈਸਿਟੀ ਨਹੀਂ ਹੈ ਸਰਕਾਰੀ ਤੰਤਰ ਦੇ ਵਿੱਚ ਕਿ ਤੁਰੰਤ ਉਹ ਅਧਿਕਾਰ ਨਾਗਰਿਕਾਂ ਨੂੰ ਦਿੱਤੇ ਜਾ ਸਕਣ। ਉਹਨਾਂ ਨੂੰ ਮੌਲਿਕ ਅਧਿਕਾਰਾਂ ਦੇ ਚੈਪਟਰ ਵਿੱਚ ਸ਼ਾਮਲ ਨਹੀਂ ਕੀਤਾ, ਭਾਗ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ ਸੀ, ਕਿਉਂਕਿ ਉਹ ਭਾਗ ਹੈ ਜਿਹੜਾ ਅਦਾਲਤਾਂ ਦੁਆਰਾ ਲਾਗੂ ਕਰਨਯੋਗ ਹੈ। ਇਸ ਲਈ ਉਹਨਾਂ ਨੂੰ ਇੱਕ ਅਲੱਗ ਤੋਂ ਭਾਗ ਚੌਥੇ ਭਾਗ ਦੇ ਵਿੱਚ ਸ਼ਾਮਲ ਕੀਤਾ ਗਿਆ, ਨਿਰਦੇਸ਼ਕ ਸਿਧਾਂਤਾਂ ਦੇ ਭਾਗ ਵਿੱਚ ਸ਼ਾਮਲ ਕੀਤਾ ਗਿਆ, ਜਿਸ ਨੂੰ ਅਸੀਂ ਅਦਾਲਤਾਂ ਦੇ ਵਿੱਚ ਤਾਂ ਜਾ ਕੇ ਲਾਗੂ ਨਹੀਂ ਕਰਵਾ ਸਕਦੇ, ਪਰੰਤੂ ਸਰਕਾਰ ਦੇ ਲਈ ਇਹ ਇੱਕ ਗੋਲ ਜ਼ਰੂਰ ਹਨ ਜਿਨ੍ਹਾਂ ਦੀ ਪ੍ਰਾਪਤੀ ਲਈ ਸਰਕਾਰ ਕੰਮ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਨਿਰਦੇਸ਼ਕ ਸਿਧਾਂਤ ਅਦਾਲਤਾਂ ਦਾ ਵੀ ਮਾਰਗਦਰਸ਼ਨ ਕਰਦੇ ਹਨ। ਇਹਨਾਂ ਤੋਂ ਸੇਧ ਲੈ ਕੇ ਅਦਾਲਤਾਂ ਨੇ ਮੌਲਿਕ ਅਧਿਕਾਰਾਂ ਦੇ ਅਧਿਕਾਰ ਖੇਤਰ ਨੂੰ ਬਹੁਤ ਜ਼ਿਆਦਾ ਵਿਸ਼ਾਲਤਾ ਪ੍ਰਦਾਨ ਕੀਤੀ ਹੈ। ਜਿਵੇਂ ਸਾਡਾ ਇੱਕ ਮੌਲਿਕ ਅਧਿਕਾਰ ਹੈ ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ ਆਰਟੀਕਲ 21 ਦੇ ਵਿੱਚ। ਇਸ ਅਧਿਕਾਰ ਦੇ ਵਿੱਚ ਸਿਰਫ ਇੰਨਾ ਹੀ ਲਿਖਿਆ ਗਿਆ ਹੈ ਕਿ ਜੀਵਨ ਅਤੇ ਨਿੱਜੀ ਸੁਤੰਤਰਤਾ ਤੋਂ ਨਿਸ਼ਚਿਤ ਕਾਨੂੰਨੀ ਵਿਧੀ ਤੋਂ ਬਿਨਾਂ ਕਿਸੇ ਨੂੰ ਵੰਚਿਤ ਨਹੀਂ ਕੀਤਾ ਜਾਵੇਗਾ। ਪਰੰਤੂ ਇਸ ਅਧਿਕਾਰ ਦੀ ਵਿਆਖਿਆ ਅਦਾਲਤਾਂ ਨੇ ਇੰਨੀ ਵਿਸ਼ਾਲਤਾ ਨਾਲ ਕੀਤੀ ਹੈ ਕਿ ਬਹੁਤ ਸਾਰੇ ਨਿਰਦੇਸ਼ਕ ਸਿਧਾਂਤਾਂ ਨੂੰ ਇਸ ਵਿੱਚ ਸ਼ਾਮਲ ਕਰ ਲਿਆ ਹੈ, ਜਿਵੇਂ ਕਿ ਉਪਜੀਵਕਾ ਕਮਾਉਣ ਦਾ ਅਧਿਕਾਰ, ਸਾਫ਼ ਸੁਥਰੇ ਵਾਤਾਵਰਣ ਦਾ ਅਧਿਕਾਰ, ਸਿੱਖਿਆ ਦਾ ਅਧਿਕਾਰ, ਸਮਾਜਿਕ ਸੁਰੱਖਿਆ ਦਾ ਅਧਿਕਾਰ, ਸਿਹਤ ਅਤੇ ਡਾਕਟਰੀ ਦੇਖ-ਰੇਖ ਦੇ ਅਧਿਕਾਰ। ਇਹ ਸਾਰੇ ਅਧਿਕਾਰ ਨੇ ਜਿਹੜੇ ਅਦਾਲਤਾਂ ਨੇ ਆਪਣੇ ਵੱਖੋ ਵੱਖਰੇ ਫੈਸਲਿਆਂ ਦੇ ਵਿੱਚ ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ ਦੇ ਵਿੱਚ ਸ਼ਾਮਲ ਕੀਤੇ ਹਨ। ਇਸ ਤਰ੍ਹਾਂ ਪਰੰਤੂ ਜਿਹੜੇ ਇਹ ਸਾਰੇ ਅਧਿਕਾਰ ਹਨ ਇਹ ਪਹਿਲਾਂ ਤੋਂ ਹੀ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਮੌਜੂਦ ਹਨ। ਇਸ ਲਈ ਜਿਹੜੇ ਮੌਲਿਕ ਅਧਿਕਾਰ ਨੇ ਉਹਨਾਂ ਦਾ ਵਿਸਥਾਰ ਕਰਨ ਦੇ ਵਿੱਚ ਅਦਾਲਤਾਂ ਨੇ ਨਿਰਦੇਸ਼ਕ ਸਿਧਾਂਤਾਂ ਤੋਂ ਸੇਧ ਲਈ ਹੈ। ਨਿਰਦੇਸ਼ਕ ਸਿਧਾਂਤਾਂ ਦੀ ਵਰਤੋਂ ਮੌਲਿਕ ਅਧਿਕਾਰਾਂ ਦੇ ਖੇਤਰ ਦਾ ਵਿਸਥਾਰ ਕਰਨ ਦੇ ਲਈ ਕੀਤੀ ਹੈ। ਨਿਰਦੇਸ਼ਕ ਸਿਧਾਂਤਾਂ ਦੀ ਆਲੋਚਨਾ ਕੀਤੀ ਜਾਂਦੀ ਹੈ ਕਿ ਇਹਨਾਂ ਪਿੱਛੇ ਕਾਨੂੰਨੀ ਸ਼ਕਤੀ ਨਹੀਂ ਹੈ, ਭਾਵ ਅਦਾਲਤ 'ਚ ਜਾ ਕੇ ਅਸੀਂ ਇਹਨਾਂ ਨੂੰ ਲਾਗੂ ਨਹੀਂ ਕਰਵਾ ਸਕਦੇ। ਪਰੰਤੂ ਕਾਨੂੰਨੀ ਸ਼ਕਤੀ ਦੀ ਘਾਟ ਹੈ ਜਿਹੜੀ ਇਹ ਇਸ ਦਾ ਅਰਥ ਇਹ ਨਹੀਂ ਕਿ ਇਹ ਸਿਧਾਂਤ ਬਿਲਕੁਲ ਹੀ ਬੇਅਰਥ ਹਨ। ਇਹਨਾਂ ਨੂੰ ਕਾਨੂੰਨੀ ਖੇਤਰ ਤੋਂ ਅਦਾਲਤੀ ਖੇਤਰ ਤੋਂ ਤਾਂ ਬਾਹਰ ਜਾਣ-ਬੁੱਝ ਕੇ ਰੱਖਿਆ ਗਿਆ ਹੈ, ਕਿਉਂਕਿ ਜੇ ਇਹਨਾਂ ਨੂੰ ਕਾਨੂੰਨੀ ਖੇਤਰ ਦੇ ਵਿੱਚ ਰੱਖਿਆ ਜਾਂਦਾ, ਇਹਨਾਂ ਨੂੰ ਅਦਾਲਤਾਂ ਦੁਆਰਾ ਐਪਲੀਕੇਬਲ ਬਣਾਇਆ ਜਾਂਦਾ, ਫਿਰ ਬਹੁਤ ਲੰਬੀ ਚੌੜੀ ਮੁਕੱਦਮੇਬਾਜ਼ੀ ਦਾ ਕਾਰਨ ਇਹ ਬਣ ਸਕਦੇ ਸੀ, ਕਿਉਂਕਿ ਸਰਕਾਰ ਕੋਲ ਤੁਰੰਤ ਇੰਨੇ ਸਾਧਨ ਨਹੀਂ ਸੀ ਕਿ ਇਹਨਾਂ ਸਿਧਾਂਤਾਂ ਨੂੰ ਲਾਗੂ ਕੀਤਾ ਜਾਵੇ। ਇਸ ਲਈ ਇਹਨਾਂ ਸਿਧਾਂਤਾਂ ਨੂੰ ਲਾਗੂ ਕਰਨ ਦੀ ਉਮੀਦ ਸਮਾਜਿਕ ਹਾਲਾਤ, ਆਰਥਿਕ ਹਾਲਾਤ ਅਤੇ ਰਾਜ ਦੀ ਜੋ ਕੈਪੈਸਿਟੀ ਹੈ, ਸਰਕਾਰ ਦੀ ਜੋ ਕੈਪੈਸਿਟੀ ਹੈ, ਉਸ ਦੇ ਅਨੁਸਾਰ ਇਹਨਾਂ ਸਿਧਾਂਤਾਂ ਨੂੰ ਲਾਗੂ ਕੀਤੇ ਜਾਣ ਦੀ ਉਮੀਦ ਕੀਤੀ ਜਾਂਦੀ ਹੈ। ਭਾਵ ਬੇਸ਼ੱਕ ਇਹਨਾਂ ਨੂੰ ਨਾਗਰਿਕ ਅਦਾਲਤ ਦੇ ਵਿੱਚ ਜਾ ਕੇ ਲਾਗੂ ਨਹੀਂ ਕਰਵਾ ਸਕਦੇ, ਪਰੰਤੂ ਹਰੇਕ ਸਰਕਾਰ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਸਰਕਾਰ ਇਹਨਾਂ ਉਦੇਸ਼ਾਂ ਦੀ ਪ੍ਰਾਪਤੀ ਲਈ ਆਪਣੀ ਸਮਰੱਥਾ ਦੇ ਅਨੁਸਾਰ ਕੰਮ ਕਰਦੀ ਰਹੇਗੀ। ਇਹ ਜੋ ਸਿਧਾਂਤ ਹਨ, ਇਹਨਾਂ ਵਿੱਚੋਂ ਬਹੁਤੇ ਸਿਧਾਂਤ ਸਰਵਸਹਿਮਤੀ ਤੇ ਆਧਾਰਿਤ ਆਦਰਸ਼ ਹਨ, ਜਿਨ੍ਹਾਂ ਬਾਰੇ ਸਮਾਜ ਦੇ ਕਿਸੇ ਵੀ ਭਾਗ ਨੂੰ ਕੋਈ ਉਜਰ ਨਹੀਂ ਹੋ ਸਕਦਾ, ਕੋਈ ਸ਼ਿਕਵਾ ਨਹੀਂ ਹੋ ਸਕਦਾ। ਜਿਵੇਂ ਅਮੀਰੀ ਗਰੀਬੀ ਦਾ ਪਾੜਾ ਘੱਟ ਕਰਨਾ, ਨਿਆਂ ਦੇ ਸਮਾਨ ਮੌਕੇ ਪ੍ਰਦਾਨ ਕਰਨਾ, ਸਾਰਿਆਂ ਲਈ ਸਮਾਜਿਕ ਸੁਰੱਖਿਆ ਦੀ ਵਿਵਸਥਾ ਕਰਨਾ, ਰਾਈਟ ਟੂ ਵਰਕ ਪ੍ਰੋਵਾਈਡ ਕਰਨਾ, ਜੀਵਨ ਪੱਧਰ ਉੱਚਾ ਚੁੱਕਣਾ, ਵਾਤਾਵਰਣ ਦੀ ਸੰਭਾਲ ਕਰਨਾ। ਇਹ ਸਾਰੇ ਹੀ ਨਿਰਦੇਸ਼ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਵੱਡੇ ਉੱਚ ਪੱਧਰ ਦੇ ਆਦਰਸ਼ ਛੁਪੇ ਹੋਏ ਹਨ ਅਤੇ ਸਮਾਜ ਦੇ ਕਿਸੇ ਵੀ ਵਰਗ ਦੁਆਰਾ ਇਹਨਾਂ ਆਦਰਸ਼ਾਂ ਦੀ ਵਿਰੋਧਤਾ ਨਹੀਂ ਕੀਤੀ ਜਾ ਸਕਦੀ। ਇਸ ਲਈ ਇੱਕ ਸੰਵਿਧਾਨਕ ਮਾਹਰ MC ਛਾਗਲਾ ਨੇ ਕਿਹਾ ਹੈ ਕਿ ਜੇਕਰ ਨਿਰਦੇਸ਼ਕ ਸਿਧਾਂਤਾਂ ਨੂੰ ਭਾਰਤ ਵਿੱਚ ਲਾਗੂ ਕੀਤਾ ਜਾਂਦਾ ਹੈ ਤਾਂ ਭਾਰਤ ਸੱਚਮੁੱਚ ਹੀ ਧਰਤੀ ਤੇ ਸਵਰਗ ਬਣ ਜਾਵੇਗਾ। ਨਿਰਦੇਸ਼ਕ ਸਿਧਾਂਤਾਂ ਬਾਰੇ ਕਿਹਾ ਜਾਂਦਾ ਹੈ ਕਿ ਇਹਨਾਂ ਦੀ ਕੋਈ ਬਹੁਤ ਜ਼ਿਆਦਾ ਐਪਲੀਕੇਬਿਲਿਟੀ ਨਹੀਂ ਹੈ, ਇਹਨਾਂ ਨੂੰ ਐਪਲੀਕੇਬਲ ਨਹੀਂ ਬਣਾਇਆ ਗਿਆ, ਪਰੰਤੂ ਇਹ ਕਥਨ ਅੱਜ ਪੂਰੀ ਤਰ੍ਹਾਂ ਸੱਚਾ ਨਹੀਂ ਹੈ। ਕੁਝ ਜਿਹੜੇ ਨਿਰਦੇਸ਼ਕ ਸਿਧਾਂਤ ਨੇ ਉਹਨਾਂ ਨੂੰ ਬਲਕਿ ਮੌਲਿਕ ਅਧਿਕਾਰਾਂ ਤੋਂ ਵੀ ਪ੍ਰਮੁੱਖਤਾ ਪ੍ਰਦਾਨ ਕੀਤੀ ਗਈ ਹੈ। ਇਸ ਦਿਸ਼ਾ ਦੇ ਵਿੱਚ 25ਵੀਂ ਸੰਵਿਧਾਨਕ ਸੋਧ ਨੇ ਸਾਡੇ ਸੰਵਿਧਾਨ ਦੇ ਵਿੱਚ ਆਰਟੀਕਲ 31C ਸ਼ਾਮਲ ਕੀਤਾ ਸੀ। ਇਸ ਆਰਟੀਕਲ 31C ਨੇ ਵਿਵਸਥਾ ਕੀਤੀ ਹੈ ਕਿ ਸਾਡੇ ਦੋ ਨਿਰਦੇਸ਼ਕ ਸਿਧਾਂਤ ਜਿਹੜੇ ਕਿ ਆਰਟੀਕਲ 39 ਦੀ ਕਲਾਜ਼ B ਅਤੇ C ਵਿੱਚ ਸ਼ਾਮਲ ਹਨ, ਦਰਜ ਹਨ, ਉਹਨਾਂ ਨੂੰ ਲਾਗੂ ਕਰਵਾਉਣ ਲਈ ਸਾਡੇ ਤਿੰਨ ਮੌਲਿਕ ਅਧਿਕਾਰਾਂ, ਕਿਹੜੇ ਮੌਲਿਕ ਅਧਿਕਾਰ? ਆਰਟੀਕਲ 14, 19 ਅਤੇ 31। ਇਹਨਾਂ ਮੌਲਿਕ ਅਧਿਕਾਰਾਂ ਦੀ ਜੇਕਰ ਉਲੰਘਣਾ ਵੀ ਹੋ ਜਾਂਦੀ ਹੈ ਤਾਂ ਇਸ ਤਰ੍ਹਾਂ ਦੇ ਕਾਨੂੰਨ ਨੂੰ
ਅਸੀਂ ਕਿਸੇ ਅਦਾਲਤ ਦੇ ਵਿੱਚ ਚੈਲੰਜ ਨਹੀਂ ਕਰ ਸਕਦੇ ਕਿ ਸਾਡੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਕੇ ਨਿਰਦੇਸ਼ਕ ਸਿਧਾਂਤਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਭਾਵ ਇਹ ਜਿਹੜੇ ਦੋ ਨਿਰਦੇਸ਼ਕ ਸਿਧਾਂਤ ਹਨ, ਆਰਟੀਕਲ 39B ਅਤੇ C ਦੇ ਵਿੱਚ, ਇਹਨਾਂ ਨੂੰ ਆਰਟੀਕਲ 14, 19 ਅਤੇ 31 ਤੋਂ ਪ੍ਰਮੁੱਖਤਾ ਦਿੱਤੀ ਗਈ ਹੈ। ਆਓ ਇਸ ਪ੍ਰਮੁੱਖਤਾ ਦੇ ਕੁਐਸਚਨ ਨੂੰ ਅਸੀਂ ਇਸ ਡਾਇਗਰਾਮ ਰਾਹੀਂ ਸਮਝਦੇ ਹਾਂ। ਇਹ ਮੌਲਿਕ ਅਧਿਕਾਰ ਹਨ ਜੋ ਆਰਟੀਕਲ 14, 19 ਅਤੇ 31 ਹੁਣ ਡਿਲੀਟ ਹੋ ਗਿਆ ਹੈ, ਰਿਪੀਲ ਹੋ ਗਿਆ ਹੈ। ਸੰਵਿਧਾਨ ਦੇ ਵਿੱਚੋਂ ਰਾਈਟ ਟੂ ਪ੍ਰਾਪਰਟੀ ਨਾਲ ਸੰਬੰਧਿਤ ਸੀ। ਤੇ ਜਿਹੜੇ ਦੋ ਨਿਰਦੇਸ਼ਕ ਸਿਧਾਂਤ ਹਨ, ਆਰਟੀਕਲ 39B ਅਤੇ 39C, ਇਹਨਾਂ ਦੋ ਨਿਰਦੇਸ਼ਕ ਸਿਧਾਂਤਾਂ ਨੂੰ ਲਾਗੂ ਕਰਵਾਉਣ ਦੇ ਲਈ ਜੇਕਰ ਇਹਨਾਂ ਦੋ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੋ ਵੀ ਜਾਂਦੀ ਹੈ, ਕਿਉਂਕਿ 31 ਰਿਪੀਲ ਹੋ ਚੁੱਕਿਆ ਹੈ ਸੰਵਿਧਾਨ ਚੋਂ, ਤਾਂ ਅਸੀਂ ਸਰਕਾਰ ਦੇ ਉਸ ਕਾਨੂੰਨ ਨੂੰ, ਉਸ ਰੂਲ ਨੂੰ ਚੈਲੰਜ ਨਹੀਂ ਕਰ ਸਕਦੇ ਕਿ ਸਾਡੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਕੇ ਨਿਰਦੇਸ਼ਕ ਸਿਧਾਂਤਾਂ ਦੀ ਲਾਗੂ ਕੀਤਾ ਗਿਆ ਹੈ। ਇਸ ਤਰ੍ਹਾਂ ਜਿਹੜੇ ਨਿਰਦੇਸ਼ਕ ਸਿਧਾਂਤ ਨੇ, ਬੇਸ਼ੱਕ ਇਹ ਨਿਆਂਯੋਗ ਨਹੀਂ ਬਣਾਏ ਗਏ ਸੀ, ਪਰੰਤੂ ਬਾਅਦ ਦੇ ਵਿੱਚ 25ਵੀਂ ਸੰਵਿਧਾਨਕ ਸੋਧ ਕਰਕੇ ਕੁਝ ਨਿਰਦੇਸ਼ਕ ਸਿਧਾਂਤਾਂ ਨੂੰ ਕੁਝ ਮੌਲਿਕ ਅਧਿਕਾਰਾਂ ਦੇ ਨਾਲੋਂ ਵੀ ਪ੍ਰੈਫਰੈਂਸ ਦਿੱਤੀ ਗਈ ਹੈ। ਇਹਨਾਂ ਸਾਰੀਆਂ ਵਿਵਸਥਾਵਾਂ ਦਾ ਅਧਿਐਨ ਕਰਨ ਤੋਂ ਬਾਅਦ ਅਸੀਂ ਇਸ ਸਿੱਟੇ ਤੇ ਪਹੁੰਚ ਸਕਦੇ ਹਾਂ ਕਿ ਨਿਰਦੇਸ਼ਕ ਸਿਧਾਂਤ ਭਾਰਤੀ ਸੰਵਿਧਾਨ ਦੀ ਜੋ ਪ੍ਰਸਤਾਵਨਾ ਵਿੱਚ ਕੁਝ ਪਵਿੱਤਰ ਵਾਅਦੇ ਕੀਤੇ ਗਏ ਸੀ, ਉਹਨਾਂ ਨੂੰ ਅਮਲੀ ਰੂਪ ਦੇਣ ਲਈ ਬਹੁਤ ਹੀ ਮਹੱਤਵਪੂਰਨ ਮਾਰਗਦਰਸ਼ਕ ਦੇ ਰੂਪ ਦੇ ਵਿੱਚ ਕੰਮ ਕਰਦੇ ਹਨ ਸਰਕਾਰ ਲਈ। ਇਹਨਾਂ ਨਿਰਦੇਸ਼ਾਂ ਦਾ ਪਾਲਣ ਕਰਕੇ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਸ਼ਾਮਲ ਜੋ ਆਦਰਸ਼ ਹਨ, ਉਹਨਾਂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹਨਾਂ ਆਦਰਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਨਿਰਦੇਸ਼ਕ ਸਿਧਾਂਤਾਂ ਨੂੰ ਲਾਗੂ ਕਰਨਾ ਜਾਣਬੁੱਝ ਕੇ ਸਰਕਾਰਾਂ ਦੀ ਇੱਛਾ ਤੇ ਛੱਡਿਆ ਗਿਆ ਹੈ, ਕਿਉਂਕਿ ਕਿਸੇ ਸਰਕਾਰ ਨੂੰ ਇਸ ਤਰ੍ਹਾਂ ਦੇ ਕਾਰਜ ਕਰਨ ਲਈ ਇਨਫੋਰਸ ਨਹੀਂ ਕੀਤਾ ਜਾ ਸਕਦਾ ਜਿਸ ਤਰ੍ਹਾਂ ਦੇ ਕਾਰਜ ਕਰਨ ਦੀ ਸਰਕਾਰ ਦੇ ਵਿੱਚ ਕੈਪੈਸਿਟੀ ਹੀ ਨਾ ਹੋਵੇ। ਇਸ ਲਈ ਸਰਕਾਰ ਨੂੰ ਇਹ ਅਧਿਕਾਰ ਦਿੱਤਾ ਗਿਆ ਹੈ, ਸਰਕਾਰ ਨੂੰ ਇਹ ਡਿਸਕ੍ਰੀਸ਼ਨ ਦਿੱਤੀ ਗਈ ਹੈ ਕਿ ਸਮੇਂ ਦੀ ਨਜ਼ਾਕਤ ਦੇ ਅਨੁਸਾਰ ਅਤੇ ਆਪਣੀ ਸਮਰੱਥਾ ਦੇ ਅਨੁਸਾਰ ਸਰਕਾਰ ਇਹਨਾਂ ਸਿਧਾਂਤਾਂ ਨੂੰ ਲਾਗੂ ਕਰਦੀ ਰਹੇ। ਜਿਵੇਂ ਆਰਟੀਕਲ 45 ਦੇ ਵਿੱਚ ਇੱਕ ਨਿਰਦੇਸ਼ਕ ਸਿਧਾਂਤ ਸੀ ਸਾਰਿਆਂ ਨੂੰ ਐਲੀਮੈਂਟਰੀ ਐਜੂਕੇਸ਼ਨ ਪ੍ਰਦਾਨ ਕਰਨਾ, ਪਰੰਤੂ ਉਸ ਸਮੇਂ ਸਰਕਾਰ ਕੋਲ ਇੰਨੇ ਸਾਧਨ ਨਹੀਂ ਸੀ ਕਿ ਸਰਕਾਰ ਸਾਰਿਆਂ ਨੂੰ ਐਲੀਮੈਂਟਰੀ ਐਜੂਕੇਸ਼ਨ ਪ੍ਰੋਵਾਈਡ ਕਰਦੀ, ਪਰੰਤੂ ਸਰਕਾਰ ਨੂੰ ਇਹ ਨਿਰਦੇਸ਼ ਦਿੱਤਾ ਗਿਆ ਸੀ ਅਤੇ ਸਰਕਾਰ ਦੇ ਕੋਲ ਜਦੋਂ ਇਹ ਕੈਪੈਸਿਟੀ ਸਰਕਾਰ ਨੇ ਆਪਣੀ ਇੰਨੀ ਕੁ ਬਿਲਡ ਕਰ ਲਈ ਕਿ ਸਾਰਿਆਂ ਨੂੰ ਇਹ ਅਧਿਕਾਰ ਦਿੱਤਾ ਜਾ ਸਕਦਾ ਹੈ ਰਾਈਟ ਟੂ ਐਜੂਕੇਸ਼ਨ, ਤਾਂ 2002 ਦੇ ਵਿੱਚ 86ਵੀਂ ਸੰਵਿਧਾਨਕ ਸੋਧ ਦੇ ਨਾਲ ਇਸ ਨਿਰਦੇਸ਼ਕ ਸਿਧਾਂਤ ਨੂੰ ਮੌਲਿਕ ਅਧਿਕਾਰ ਦੇ ਰੂਪ ਦੇ ਵਿੱਚ ਬਦਲਿਆ ਗਿਆ ਅਤੇ ਫਿਰ 2009 ਦੇ ਵਿੱਚ ਰਾਈਟ ਟੂ ਐਜੂਕੇਸ਼ਨ ਪਾਸ ਕਰਕੇ ਸਾਰੇ ਨਾਗਰਿਕਾਂ ਲਈ ਐਲੀਮੈਂਟਰੀ ਐਜੂਕੇਸ਼ਨ ਨੂੰ ਇੱਕ ਮੌਲਿਕ ਅਧਿਕਾਰ ਦੇ ਰੂਪ ਦੇ ਵਿੱਚ ਦਿੱਤਾ ਗਿਆ। ਇਸ ਲਈ ਜੇਕਰ ਸਰਕਾਰ ਇਹਨਾਂ ਸਾਰੇ ਸਿਧਾਂਤਾਂ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਦੀ ਹੈ ਤਾਂ ਭਾਰਤ ਦੇ ਵਿੱਚ ਸਮਾਜਿਕ ਅਤੇ ਆਰਥਿਕ ਲੋਕਤੰਤਰ ਦੀ ਸਥਾਪਨਾ ਵੀ ਹੋ ਜਾਵੇਗੀ। ਜਿਹੜਾ ਸਾਡਾ ਮੌਲਿਕ ਅਧਿਕਾਰਾਂ ਦਾ ਚੈਪਟਰ ਹੈ ਉਸ ਬਾਰੇ ਅਸੀਂ ਕਹਿ ਸਕਦੇ ਹਾਂ ਕਿ ਉਹ ਭਾਰਤ ਦੇ ਵਿੱਚ ਰਾਜਨੀਤਿਕ ਲੋਕਤੰਤਰ ਦੀ ਸਥਾਪਨਾ ਕਰਦਾ ਹੈ। ਜਿਹੜਾ ਇਹ ਚੌਥਾ ਭਾਗ ਹੈ ਨਿਰਦੇਸ਼ਕ ਸਿਧਾਂਤਾਂ ਦਾ, ਇਸ ਨੂੰ ਲਾਗੂ ਕਰਕੇ ਸਮਾਜਿਕ ਅਤੇ ਆਰਥਿਕ ਲੋਕਤੰਤਰ ਦੀ ਸਥਾਪਨਾ ਵੀ ਕੀਤੀ ਜਾ ਸਕਦੀ ਹੈ। ਪਰੰਤੂ ਇਹ ਤਾਂ ਸੰਭਵ ਹੈ ਜੇ ਇਹ ਸਾਰਾ ਕੁਝ ਇਮਾਨਦਾਰੀ ਨਾਲ ਕੀਤਾ ਜਾਂਦਾ ਹੈ, ਨੇਕ ਨੀਅਤ ਨਾਲ ਕੀਤਾ ਜਾਂਦਾ ਹੈ। ਜੇ ਕੇਵਲ ਪੋਲੀਟੀਕਲ ਬੈਨੀਫਿਟਸ ਲੈਣ ਦੇ ਲਈ ਨਿਰਦੇਸ਼ਕ ਸਿਧਾਂਤਾਂ ਦੇ ਨਾਮ ਥੱਲੇ ਇਸ ਤਰ੍ਹਾਂ ਦੇ ਕਾਨੂੰਨ ਬਣਾਏ ਜਾਂਦੇ ਹਨ ਜਿਹੜੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਦੇ ਹੋਣ, ਲੋਕਾਂ ਦੇ ਸੁਤੰਤਰਤਾ ਦੀ ਉਲੰਘਣਾ ਕਰਦੇ ਹੋਣ, ਤਾਂ ਉਹਦੇ ਨਾਲ ਸਮਾਜਿਕ ਅਤੇ ਆਰਥਿਕ ਲੋਕਤੰਤਰ ਦੀ ਸਥਾਪਨਾ ਤਾਂ ਨਹੀਂ ਕੀਤੀ ਜਾ ਸਕੇਗੀ, ਪਰੰਤੂ ਜਿਹੜਾ ਰਾਜਨੀਤਿਕ ਲੋਕਤੰਤਰ ਅਸੀਂ ਸਥਾਪਿਤ ਕੀਤਾ ਹੈ ਲੰਬੇ ਸੰਘਰਸ਼ ਤੋਂ ਬਾਅਦ, ਲੰਬੇ ਸੁਤੰਤਰਤਾ ਸੰਘਰਸ਼ ਤੋਂ ਬਾਅਦ, ਉਸ ਦੇ ਲਈ ਵੀ ਖਤਰਾ ਪੈਦਾ ਹੋ ਜਾਵੇਗਾ। ਇਸ ਲਈ ਨਿਰਦੇਸ਼ਕ ਸਿਧਾਂਤਾਂ ਨੂੰ ਅਪਲਾਈ ਕੀਤੇ ਜਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਰਕਾਰਾਂ ਨੂੰ, ਅਤੇ ਨਿਰਦੇਸ਼ਕ ਸਿਧਾਂਤਾਂ ਨੂੰ ਲਾਗੂ ਕਰਨ ਸਮੇਂ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਨਿਰਦੇਸ਼ਕ ਸਿਧਾਂਤਾਂ ਦੀ ਨੂੰ ਅਪਲਾਈ ਕਰਨ ਦੇ ਲਈ, ਇਹਨਾਂ ਨੂੰ ਅਮਲੀ ਰੂਪ ਦੇਣ ਦੇ ਲਈ ਕੰਮ ਕਰਨਾ ਚਾਹੀਦਾ ਹੈ, ਨਾ ਕਿ ਇਹਨਾਂ ਨੂੰ ਸਮੋਕ ਸਕਰੀਨ ਦੇ ਤੌਰ ਤੇ ਵਰਤਿਆ ਜਾਣਾ ਚਾਹੀਦਾ ਹੈ ਆਪਣੇ ਰਾਜਨੀਤਿਕ ਲਾਭ ਦੇ ਲਈ। ਤੇ ਇਸ ਸੰਦਰਭ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਜੋ ਅਦਾਲਤੀ ਢਾਂਚਾ ਹੈ, ਨਿਆਇਕ ਢਾਂਚਾ ਹੈ, ਉਸ ਨੂੰ ਸਕਾਰਾਤਮਕ ਭੂਮਿਕਾ ਨਿਭਾਉਣੀ ਚਾਹੀਦੀ ਹੈ। ਸੰਵਿਧਾਨ ਦੇ ਰੱਖਿਅਕ ਦੇ ਰੂਪ ਦੇ ਵਿੱਚ ਅਦਾਲਤਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਨਿਰਦੇਸ਼ਕ ਸਿਧਾਂਤਾਂ ਨੂੰ ਲਾਗੂ ਕਰਨ ਦੇ ਨਾਮ ਥੱਲੇ ਕੋਈ ਪਾਰਟੀ ਰਾਜਨੀਤਿਕ ਲਾਭ ਲੈਣ ਵਾਲੇ, ਰਾਜਨੀਤਿਕ ਲਾਹਾ ਲੈਣ ਵਾਲੇ ਕਾਨੂੰਨ ਨਾ ਬਣਾਵੇ, ਬਿਨਾਂ ਕਿਸੇ ਕਾਰਨ ਦੇ ਸਾਡੇ ਜੋ ਮੌਲਿਕ ਅਧਿਕਾਰ ਹਨ ਜਾਂ ਜੋ ਸੁਤੰਤਰਤਾਵਾਂ ਸੰਵਿਧਾਨ ਨੇ ਸਾਨੂੰ ਅਸ਼ੋਰ ਕੀਤੀਆਂ ਹਨ ਉਹਨਾਂ ਦੀ ਉਲੰਘਣਾ ਨਾ ਕਰੇ ਅਤੇ ਇਹਨਾਂ ਦੇ ਵਿੱਚ ਇੱਕ ਪਵਿੱਤਰ ਸੁਮੇਲ ਬਣਿਆ ਰਹੇ, ਇਹਨਾਂ ਦੇ ਵਿੱਚ ਇੱਕ
ਪਵਿੱਤਰ ਬੈਲੈਂਸ ਬਣਿਆ ਰਹੇ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਅਤੇ ਮੌਲਿਕ ਅਧਿਕਾਰਾਂ ਦੇ ਵਿੱਚ। ਇਹ ਹਨ ਮੁੱਖ ਪੁਆਇੰਟ ਜਿਨ੍ਹਾਂ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਨਿਰਦੇਸ਼ਕ ਸਿਧਾਂਤ ਹਨ ਇਹ ਕੋਈ ਫਜ਼ੂਲ ਦਾ ਚੈਪਟਰ ਨਹੀਂ ਹੈ ਸਾਡੇ ਸੰਵਿਧਾਨ ਦੇ ਵਿੱਚ। ਇਹ ਇੱਕ ਬਹੁਤ ਮਹੱਤਵਪੂਰਨ ਭਾਗ ਹੈ, ਭਾਗ ਚੌਥਾ। ਜੇਕਰ ਇਸ ਨੂੰ ਇਮਾਨਦਾਰੀ ਨਾਲ ਲਾਗੂ ਕੀਤਾ ਜਾਂਦਾ ਹੈ ਤਾਂ ਭਾਰਤ ਦੇ ਵਿੱਚ ਰਾਜਨੀਤਿਕ ਲੋਕਤੰਤਰ ਜਿਸ ਦੀ ਸਥਾਪਨਾ ਭਾਗ ਤੀਜੇ ਨੇ ਕੀਤੀ ਹੈ, ਮੌਲਿਕ ਅਧਿਕਾਰਾਂ ਦੇ ਭਾਗ ਨੇ ਕੀਤੀ ਹੈ, ਉਸ ਦੇ ਨਾਲ ਹੀ ਲੋਕਤੰਤਰ ਨੂੰ ਪੂਰੇ ਰੂਪ ਦੇ ਵਿੱਚ ਲਾਗੂ ਕੀਤਾ ਜਾ ਸਕਦਾ ਹੈ, ਸਮਾਜਿਕ ਲੋਕਤੰਤਰ ਨੂੰ, ਆਰਥਿਕ ਲੋਕਤੰਤਰ ਨੂੰ, ਜੇਕਰ ਨਿਰਦੇਸ਼ਕ ਸਿਧਾਂਤਾਂ ਨੂੰ ਨੇਕ ਨੀਅਤ ਦੇ ਨਾਲ ਸਰਕਾਰ ਲਾਗੂ ਕਰਦੀ ਹੈ। ਬਹੁਤ ਬਹੁਤ ਧੰਨਵਾਦ। ਗੁੱਡ ਲੱਕ।